ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਬਾਣੀ ਭਗਤ ਨਾਮਦੇਵ ਜੀ ਕੀ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਫਲ ਜਨਮ ਮੋਕੋ ਗੁਰ ਕੀਨਾ, ਦੁਖ ਵਿਸਾਰ ਸੁਖ ਅੰਤਰ ਲੀਨਾ। ਕੀ ਸਮਝਾਉਂਦੇ ਆ ਭਗਤ ਜੀ? ਬਾਣੀ ਆਪਾਂ ਨੂੰ ਸ਼ਬਦ ਹੋਏ, ਪੌੜੀ ਹੋਏ, ਸ਼ਲੋਕ ਹੋਏ, ਕਿਸੇ ਵੀ ਪਾਸਿਓਂ ਜਦੋਂ ਸਮਝਾ ਰਹੀ ਆਪਾਂ ਨੂੰ ਦੋਏ ਪੱਖ, ਲੋਕ ਤੇ ਪਰਲੋਕ। ਲੋਕ ਦਾ ਪ੍ਰਮਾਣ ਹੈ ਕਿਉਂਕਿ ਮਾਇਆ ਸਾਡੀ ਅੱਖਾਂ ਨੂੰ ਦੀਂਦੀ ਹੈ, ਕੁਦਰਤ ਸਾਨੂੰ ਦੀਂਦੀ ਨਹੀਂ। ਕੁਦਰਤ ਬਾਰੇ ਸਮਝਾ ਰਹੀ ਹੈ। ਦੂਆ ਪੱਖ ਨਿਰਾਕਾਰ ਦੁਨੀਆ, ਜਿੱਥੋਂ ਆਤਮਾ ਟੁੱਟ ਕੇ ਆਈ ਹੈ। ਤੀਜਾ ਅਰਥ ਨਹੀਂ ਇਹਦਾ ਕੋਈ, ਬਸ ਦੂਜਾ ਨਿਰਾਕਾਰ ਪ੍ਰਮਾਣ ਮਾਇਆ ਦਾ। ਪਰ ਅਸੀਂ ਤਾਂ ਪੜ੍ਹਨ ਨੂੰ ਹੀ ਪ੍ਰਾਪਤੀ ਸਮਝ ਲੈਂਦੇ, ਉੱਥੋਂ ਕਰਾਈ ਪੈ ਜਾਂਦੇ ਹਾਂ। ਇੱਕ ਹੁਣ ਆਇਆ ਹੈ ਜੀਵ, ਯਾ ਯੁਗ ਮੇਂ ਇੱਕ ਇੱਕ ਹੋ ਆਇਆ, ਜਨਮਤ ਮੋਇਆ ਮੋਹਣੀ ਮਾਇਆ। ਮਾਇਆ ਨੇ ਮੋਹ ਲਿਆ। ਹੁਣ ਬਾਣੀ ਰਾਹੀਂ ਆਪਾਂ ਇੱਕ ਹੋਣਾ, ਗੁਣਾਂ ਦੀ ਪ੍ਰਾਪਤੀ ਕਰਨੀ। ਨਿਰਭਉ, ਨਿਰਵੈਰ, ਕਾਲ ਮੂਰਤ, ਅਜੂਨੀ, ਇਹ ਚਾਰੇ ਗੁਣਾਂ ਦੀ ਪ੍ਰਾਪਤੀ ਕਰਨ ਤੋਂ ਬਾਅਦ ਮਨ ਬੁੱਧੀ ਮਾਇਆ ਦਾ ਤਿਆਗ ਕਰਕੇ ਗੁਣਵਾਨ ਹੋ ਕੇ ਅੰਤਰਾਤਮਾ ਦੀ ਆਵਾਜ਼ ਪ੍ਰਾਤਮਾ ਸਤਿਗੁਰ 'ਚ ਲੀਨ ਹੁੰਦੇ ਨੇ। ਫਿਰ ਇੱਕ ਹੁੰਦੇ ਨੇ। ਇੱਕ ਹੋਏ ਤਾਂ ਉਗਵੇ, ਰੁੱਤੀ ਹੀ ਰੁੱਤ ਹੋਏ। ਉਹ ਰੁੱਤ ਭਗਤੀ ਦੀ ਸ਼ੁਰੂ ਹੁੰਦੀ ਹੈ, ਭਾਵ ਜਦੋਂ ਆਤਮਾ ਪ੍ਰਾਤਮਾ ਇੱਕ ਹੋ ਜਾਂਦੀ ਹੈ। ਉਹਦਾ ਤਾਂ ਸਾਨੂੰ ਗਿਆਨ ਹੀ ਨਹੀਂ ਹੈਗਾ। ਕਿਉਂ ਨਹੀਂ ਹੈ? ਜਿੱਥੋਂ ਅਸੀਂ ਇਹ ਲੈਣਾ ਸੀ, ਸਿੱਖੀ ਅਪਣਾਉਣੀ ਸੀ ਗੁਰੂ ਘਰ ਜਾ ਕੇ, ਉੱਥੇ ਤਾਂ ਅਸੀਂ ਉਪਦੇਸ਼ ਕਰਨ ਲੱਗ ਗਏ ਭਾਈ ਗੁਰੂ ਭਗਤਾਂ ਨੂੰ, ਜਿਨ੍ਹਾਂ ਨੇ ਸਾਰੀ ਸ੍ਰਿਸ਼ਟੀ ਨੂੰ ਪ੍ਰੇਰਿਆ, ਸਾਰੇ ਧਰਮਾਂ ਨੂੰ ਸਮਝਾਇਆ। ਉੱਥੋਂ ਫਿਰ ਆਪਾਂ ਕਿਰਾਏ ਪੈ ਗਏ। ਕਿਰਾਏ ਪਏ ਹੋਏ ਹਾਂ, ਜੰਮਣ ਮਰਨ ਮੁੱਕਦਾ ਨਹੀਂ ਹੈਗਾ। ਇੱਥੇ ਭਗਤ ਜੀ ਸਮਝਾਉਂਦੇ ਆ, ਸਾਡਾ ਸੰਸਾਰ 'ਤੇ ਆਇਆ, ਸਫਲ ਹੋ ਗਿਆ ਭਾਈ। ਤੁਸੀਂ ਵੀ ਆਪਦੇ ਇਸ਼ਟ ਦਾ, ਕੁਦਰਤ ਦਾ ਦਰਸ਼ਨ ਕਰੋ ਗੁਰਬਾਣੀ ਰਾਹੀਂ, ਤੁਹਾਡਾ ਵੀ ਜਨਮ ਸਫਲ ਹੋਵੇ। ਸਫਲ ਜਨਮ ਮੋਕੋ ਗੁਰ ਕੀਨਾ। ਗੁਰ ਸ਼ਬਦ ਦੇ ਗਿਆਨ ਤੋਂ ਬਿਨਾਂ ਸਾਡਾ ਸੰਸਾਰ 'ਤੇ ਆਇਆ ਸਫਲ ਨਹੀਂ ਹੈਗਾ। ਦੁੱਖ ਵਿਸਾਰ ਸੁਖ ਅੰਤਰ ਲੀਨਾ। ਮਨ ਬੁੱਧੀ ਮਾਇਆ ਦਾ ਤਿਆਰ ਕਰਕੇ ਦੁੱਖ ਸਾਗਰ 'ਚੋਂ ਸੁਖ ਸਾਗਰ ਚਲੇ ਜਾਂਦੇ ਨੇ। ਸੁਖ ਸਾਗਰ ਸਾਡੇ ਅੰਦਰ ਹੈ। ਭਵ ਸਾਗਰ ਸੁਖ ਸਾਗਰ ਮਾਹੀ। ਸੁਖ ਸਾਗਰ ਦੇ ਵਿੱਚ ਹੀ ਹੈ ਭਵ ਸਾਗਰ ਮਾਇਆ। ਜਿਵੇਂ ਆਪਾਂ ਜਪਜੀ ਸਾਹਿਬ ਵੀ ਰੋਜ਼ ਪੜ੍ਹਦੇ ਹਾਂ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਬਾਣੀ ਸਾਨੂੰ ਦੁੱਖ ਸਾਗਰ 'ਚੋਂ ਕੱਢ ਕੇ ਸੁਖ ਸਾਗਰ 'ਚ ਲੈ ਜਾਂਦੀ ਹੈ। ਫਿਰ ਸਾਡਾ ਸੰਸਾਰ ਤੋਂ ਛੁਟਕਾਰਾ ਹੁੰਦਾ। ਉਸ ਅਵਸਥਾ ਤੱਕ ਸਾਨੂੰ ਦੋ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਗਿਆਨ ਅਤੇ ਮੁਕਤੀ। ਸੰਸਾਰ ਤੋਂ ਸਾਡਾ ਮੋਹ ਮਾਇਆ ਤੋਂ ਛੁਟਕਾਰਾ ਹੋ ਜਾਂਦਾ। ਅੱਗੇ ਭਗਤ ਜੀ ਕੀ ਸਮਝਾਉਂਦੇ ਨੇ? ਗਿਆਨ ਅੰਜਨ ਮੋਹ ਕੋ ਗੁਰ ਦੀਨਾ, ਰਾਮ ਨਾਮ ਬਿਨ ਜੀਵਨ ਮਨ ਹੀਨਾ। ਕਹਿੰਦੇ ਭਾਈ, ਰਾਮ ਨਾਮ ਦੇ ਗਿਆਨ ਤੋਂ ਬਿਨਾਂ ਮਨ ਬੁੱਧੀ ਨੀਚ ਨੇ। ਬਿਨ ਨਾਵੇਂ ਨੀਚ, ਬਿਨ ਨਾਵੇਂ ਨੀਚ। ਕੀ ਨੀਚ ਹੈ? ਸਰੀਰ ਕਰਕੇ ਨਹੀਂ, ਆਤਮਾ ਕਰਕੇ। ਸਰੀਰ ਦੀ ਜਾਤੀਆਂ ਕਰਕੇ ਨਹੀਂ, ਆਤਮ ਗਿਆਨ ਕਰਕੇ। ਗਿਆਨ ਅੰਜਨ ਇਹ ਬੁੱਧੀ ਦਾ ਹੈ। ਅੰਜਨ ਤੋਂ ਭਾਵ ਗਿਆਨ, ਬੁੱਧੀ ਨੂੰ ਸਮਝ ਆ ਜਾਣੀ, ਬੁੱਧੀ 'ਚ ਰੋਸ਼ਨੀ ਪੈਦਾ ਹੋ ਜਾਣੀ। ਜਿਵੇਂ ਸੁਰਮਾ ਪਾਉਂਦੇ ਹਾਂ ਅਸੀਂ ਅੱਖਾਂ ਦੇ ਵਿੱਚ, ਤਾਂ ਸਾਨੂੰ ਕਿਵੇਂ ਲੱਗਦਾ? ਇਹ ਗੁਰ ਜਿਹੜਾ ਗਿਆਨ ਹੈ, ਇਹ ਬੁੱਧੀ ਦਾ ਅੰਜਨ ਹੈ। ਗਿਆਨ ਅੰਜਨ ਮੋਕੋ ਗੁਰ ਦੀਨਾ। ਗੁਰ ਸ਼ਬਦ ਦੇ ਗਿਆਨ ਤੋਂ ਆਪਾਂ ਨੂੰ ਮਿਲਣਾ ਹੈ ਭਾਈ। ਫਿਰ ਜਦੋਂ ਆਤਮਾ ਪ੍ਰਾਤਮਾ ਇੱਕ ਹੋ ਜਾਂਦੀ ਹੈ, ਰਾਮ 'ਚ ਲੈ ਹੋ ਜਾਂਦੀ ਹੈ, ਰਾਮ ਨਾਮ ਬਿਨ ਜੀਵਨ ਮਨ ਹੀਨਾ। ਫਿਰ ਸਾਨੂੰ ਸਮਝ ਆਉਂਦੀ ਹੈ, ਬਿਨ ਨਾਮੇ ਵਾਸਨਾਥ। ਨਾਮ ਤੋਂ ਬਿਨਾਂ ਨੀਚ ਐ ਸੀ ਭਾਈ। ਰਹਾਉ ਨਾਮ ਦੇ ਸਿਮਰਨ ਕਰ ਜਾਨਾ, ਜਗ ਜੀਵਨ ਸਿਉ ਜਿਉ ਸਮਾਨਾ। ਆਤਮਾ ਪ੍ਰਾਤਮਾ 'ਚ ਲੈ ਹੁਣ ਆਈ ਸੀ। ਬਹੁਤ ਬੱਚੇ ਸੰਗਤ ਸਵਾਲ ਕਰਦੇ ਨੇ ਵੀ ਤੁਸੀਂ ਪ੍ਰਾਤਮਾ ਕਹਿੰਦੇ ਹੋ, ਪਰਮਾਤਮਾ ਦੀ ਗੱਲ ਕਿਉਂ ਨਹੀਂ ਕਰਦੇ? ਨਹੀਂ ਭਾਈ, ਆਤਮਾ ਨੇ ਪਹਿਲਾਂ ਪ੍ਰਾਤਮਾ ਬ੍ਰਹਮ ਆਪਦੇ ਅੰਤਰਾਤਮਾ ਦੀ ਆਵਾਜ਼ 'ਚ ਲੀਨ ਹੋਣਾ ਹੈ। ਉਹਨੂੰ ਪ੍ਰਾਤਮਾ ਕਿਹਾ ਬਾਣੀ ਵਿੱਚ। ਆਤਮਾ ਪ੍ਰਾਤਮਾ ਇੱਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ। ਪ੍ਰਾਤਮਾ 'ਚ ਲੀਨ ਹੋਣ ਤੋਂ ਬਾਅਦ ਇੱਕ ਹੋ ਜਾਂਦੀ ਹੈ ਆਤਮਾ। ਮਨ ਬੁੱਧੀ ਮਾਇਆ ਉਸ
ਟਾਈਮ ਨਹੀਂ ਹੁੰਦੀ, ਦੇਵਲੋਕ ਪਹੁੰਚ ਜਾਂਦੀ ਹੈ। ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ। ਐਸੇ ਗੁਰਸਿੱਖ ਨੇ ਜਿਹੜੇ ਸਰੀਰ 'ਚ ਰਹਿੰਦੇ ਹੀ ਧਿਆਨ ਦੀ ਦੁਨੀਆ 'ਚ ਪਹੁੰਚ ਜਾਂਦੇ। ਉੱਥੇ ਫਿਰ ਆਪਣੀ ਭਗਤੀ ਸ਼ੁਰੂ ਹੁੰਦੀ ਹੈ ਨਾਮ ਦੀ। ਜਿਹੜਾ ਅਗਲੇ ਪਦਾਰਥ ਨੇ ਆਪਣੇ ਦੋ, ਨਾਮ ਤੇ ਜਨਮ। ਫਿਰ ਉਹ ਭਗਤੀ ਤੋਂ ਬਾਅਦ ਸੰਤੁਰ ਕੀ ਬਾਣੀ ਸੁਣਦੀ ਹੈ। ਹੁਕਮ ਉਹ ਨਾਮ ਹੈ, ਉਹ ਸ਼ਕਤੀ ਹੈ, ਉਹੀ ਸ੍ਰਿਸ਼ਟੀ ਦਾ ਮਾਲਕ ਹੈ, ਉਹਦਾ ਹੀ ਹੁਕਮ ਚੱਲਦਾ ਸਾਰੀ ਸ੍ਰਿਸ਼ਟੀ ਦੇ। ਉਹਦੇ ਹੁਕਮ ਨੇ ਜੀਵ ਜਨਮ ਲੈਂਦਾ ਹੈ, ਹੁਕਮ ਨਹੀਂ ਮਰਦਾ ਹੈ। ਉੱਥੇ ਜਾ ਕੇ ਸਾਨੂੰ ਸਮਝ ਆਉਂਦੀ ਹੈ ਬਈ ਨਾਮ ਕੀ ਹੈ, ਹੁਕਮ ਕੀ ਹੈ। ਉਹੀ ਨਾਮਦੇਵ ਜੀ ਕਹਿ ਰਹੇ ਨੇ, ਨਾਮ ਜਨਮ ਤੋਂ ਭਾਵ ਫਿਰ ਬਾਅਦ ਜਨਮ, ਹੁਕਮ 'ਚ ਲੈ ਹੋ ਜਾਣਾ ਜਨਮ। ਆਤਮਾ ਆਪਦੇ ਘਰ ਪਹੁੰਚ ਜਾਂਦੀ ਹੈ। ਘਰੇ ਆਨੰਦ ਸੱਚਾ ਮਨ ਸੋਏ। ਮਨ ਆਪਦੇ ਘਰ ਪਹੁੰਚ ਕੇ ਆਨੰਦ ਕਰ ਰਹੇ ਨੇ। ਸੱਚਖੰਡ ਵਸੇ ਨਿਰੰਕਾਰ ਦੇ ਦੇਸ਼ ਚਲੇ ਜਾਂਦੇ ਨੇ। ਉੱਥੇ ਸੁਖ ਸਾਗਰ ਹੈ ਭਾਈ, ਇਹ ਦੁੱਖ ਸਾਗਰ ਹੈ, ਇਹ ਮ੍ਰਿਤ ਲੋਕ ਹੈ। ਆਪਾਂ ਨੂੰ ਛੱਡਣਾ ਪੈਣਾ ਵਾ। ਇੱਥੇ ਆਪਾਂ ਸਾਰਾ ਕੁਛ ਪਾਲੀ ਜਾਂਦੇ, ਤਾਂ ਕੁਛ ਟਾਈਮ ਲਈ ਆਪਾਂ ਆਏ ਹਾਂ। ਨਾਮਦੇਵ ਸਿਮਰਨ ਕਰ ਜਾਨਾ। ਨਾਮਦੇਵ ਜੀ ਕਹਿੰਦੇ ਨੇ ਸਿਮਰਨ ਤੋਂ ਭਾਵ ਸੋਝੀ। ਸਮਝ ਬਾਣੀ ਇੱਕ ਸਮਝ ਹੈ, ਜਿਹੜਾ 'ਚੋਂ ਗਿਆਨ ਪੈਦਾ ਹੁੰਦਾ ਉਹ ਸਿਮਰਨ ਹੈ। ਅਸੀਂ ਪੜ੍ਹਨ ਨੂੰ ਸਿਮਰਨ ਕਹੀ ਜਾਂਦੇ ਹਾਂ, ਅਤੇ ਪ੍ਰਾਪਤੀ ਕੀ ਹੋਣੀ ਸੀ? ਭਗਤ ਜੀ ਤਾਂ ਕਹਿੰਦੇ ਸਾਰੀ ਖੇਰ ਮੈਨੂੰ ਸਮਝ ਆ ਗਈ ਸਿਮਰਨ ਨਾਲ, ਪਰ ਆਪਾਂ ਪੜ੍ਹਨ ਨੂੰ ਸਿਮਰਨ ਕਹੀ ਜਾਂਦੇ ਹਾਂ। ਨਹੀਂ ਭਾਈ, ਸੋਝੀ ਨੂੰ ਕਿਹਾ ਪ੍ਰਭ ਕੇ ਸਿਮਰਨ ਸਭ ਕੇ ਸੂਝੈ। ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੂਝੇ। ਸੁਖਮਨੀ ਸਾਹਿਬ ਸਤਿਗੁਰਾਂ ਨੇ ਸਮਝਾਇਆ। ਸਿਮਰਨ ਤੋਂ ਬਾਅਦ ਤਾਂ ਸਾਰੀ ਖੇਲ ਸਮਝ ਆ ਜਾਂਦੀ ਹੈ। ਉਹ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ। ਜਿਹੜੀ ਆਤਮਾ ਦੀ ਸਾਡੀ ਸਵਾਰੀ ਸੀਗੀ ਕਲਯੁਗ ਦੇ ਵਿੱਚ, ਅੱਗ 'ਤੇ ਬੈਠੀ ਸੀ, ਤ੍ਰਿਸ਼ਨਾ ਰੂਪੀ ਅੱਗ 'ਤੇ। ਕਲਯੁਗ ਰਥ ਅਗਨ ਕਾ ਕੂੜ ਅਗੇ ਰਤਵਾਹ ਨੂੰ ਛੱਡ ਕੇ ਆਪਦਾ ਸੁਖ ਸਾਗਰ ਚਲੀ ਜਾਂਦੀ ਹੈ। ਜਗਜੀਵਨ ਸਿਉ ਜੀਓ ਸਮਾਨ। ਫਿਰ ਇਹ ਆਤਮਾ ਪ੍ਰਾਤਮਾ 'ਚ ਲੈ ਹੁੰਦੀ ਹੈ। ਪ੍ਰਾਤਮਾ ਤੋਂ ਗਾਹਾਂ ਫਿਰ ਪਰਮਾਤਮਾ ਵਾ। ਇਹ ਆਪਾਂ ਪ੍ਰਾਪਤੀ ਕਰਨੀ ਹੈ। ਆਓ ਸਰ ਕੀ ਵਿਚਾਰਧਾਰਾ ਨਾਲ ਜੁੜੇ ਰਹੀਏ। ਸਾਡਾ ਸੰਸਾਰ 'ਤੇ ਆਉਣਾ ਸਫਲ ਹੋਏ, ਸਮਝਦੇ ਰਹੀਏ, ਹੱਥਾਂ ਜੋੜੀ ਕਰਦੇ ਰਹੀਏ ਗੁਰੂ ਅੱਗੇ। ਸਾਡਾ ਜਿਹੜਾ ਛੁਟਕਾਰਾ ਹੋ ਜਾਵੇ। ਇਹ ਚਾਰ ਪਦਾਰਥ ਆਪਾਂ ਲੈਣੇ ਆ। ਸਟੈਪ ਬਾਈ ਸਟੈਪ ਆਪਾਂ ਨੂੰ ਮਿਲਣਗੇ। ਪਹਿਲਾ ਗਿਆਨ, ਦੂਜਾ ਮੁਕਤੀ, ਤੀਜਾ ਨਾਮ, ਚੌਥਾ ਜਨਮ। ਆਤਮਾ ਕਰਕੇ, ਸਰੀਰ ਕਰਕੇ ਤਾਂ ਅਸੀਂ ਪੂਰਨ ਹੋ ਜਾਂਦੇ ਹਾਂ। ਗੁਣ ਸਾਡੇ 'ਚ ਕੋਈ ਨਹੀਂ ਹੁੰਦਾ। ਜਪਜੀ ਸਾਹਿਬ ਵੀ ਰੋਜ਼ ਪੜ੍ਹਦੇ ਹਾਂ। ਬਿਨ ਗੁਣ ਕੀਤੇ ਭਗਤੀ ਨਾ ਹੋਏ। ਨਿਰਭਉ ਅਸੀਂ ਨਹੀਂ, ਭੈ ਤੋਂ ਮੁਕਤ ਅਸੀਂ ਨਹੀਂ। ਨਿਰਵੈਰ ਨਹੀਂ, ਬੈਰ ਉਹ ਸਾਡੇ ਅੰਦਰੋਂ ਮੁੱਕਿਆ ਨਹੀਂ ਇੱਕ ਦੂਜੇ ਦਾ। ਸੰਸਾਰ ਦਾ ਅਜੂਨੀ ਆਪਣੇ ਅਕਾਲ ਤੋਂ ਮੁਕਤ ਨਹੀਂ। ਅਜੂਨੀ ਸਰੀਰ ਨਾਲ ਚਿੰਬੜਿਆ, ਅਜੂਨੀ ਨਹੀਂ। ਇਹ ਚਾਰੇ ਗੁਣਾਂ ਦੀ ਪ੍ਰਾਪਤੀ ਕਰਨੀ ਹੀ ਸਾਡਾ ਸੰਸਾਰ 'ਤੇ ਆਉਣਾ ਸਫਲ ਹੋਣਾ। ਆਓ ਸਾਰੇ ਮਿਲ ਕੇ ਆਪਾਂ ਗੁਣਾਂ ਦੀ ਪ੍ਰਾਪਤੀ ਕਰੀਏ। ਗੁਣਾਂ ਤੋਂ ਬਿਨਾਂ ਉਹਦੀ ਭਗਤੀ ਨਹੀਂ ਹੁੰਦੀ ਹੈਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।